कह रहे हो कि पंजाब सरकार ਨੂੰ ਹੋਰ ਕੋਸ਼ਿਸ਼ਾਂ ਦੇ ਨਾਲ ਇਹ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਰਾਮ ਰਹੀਮ ਨੂੰ ਇੰਟਰੋਗੇਟ ਕੀਤਾ ਜਾਵੇ ਪੰਜਾਬ ਦੇ। ਬਿਲਕੁਲ ਮੈਂ ਕਹਿੰਦਾ ਵੀ ਜਦੋਂ ਹੁਣ ਉੱਤੇ ਪਰਚੇ ਹੋ ਗਿਆ ਉਹਨੂੰ ਵੀ ਲਿਆਂਦਾ ਜਾਵੇ ਨਾਲ। ਜਿਹੜੀਆਂ ਤਿੰਨੇ ਐਸਆਈਟੀਆਂ ਤਾਂ ਕੰਮ ਕਰ ਹੀ ਰਹੀਆਂ ਤੇ ਇਹਦਾ ਤੇਰਾ ਟਾਈਮ ਇਹਨੂੰ ਥੋੜਾ ਜਿਹਾ ਸ਼ਾਰਟ ਕੀਤਾ ਜਾਵੇ। ਜਿਵੇਂ 6 ਮਹੀਨਿਆਂ ਦਾ ਕਹਿ ਰਹੇ ਆ ਉਦੋਂ ਪਹਿਲਾਂ 2 ਮਹੀਨਿਆਂ ਦੇ ਵਿੱਚ 2.5 ਮਹੀਨਿਆਂ ਦੇ ਵਿੱਚ ਹੋ ਜੇ ਇਨਸਾਫ, ਕਿਉਂਕਿ ਸਾਰੀ ਚੀਜ਼ਾਂ ਇੰਨੀਆਂ ਐਸਆਈਟੀਆਂ ਨੇ ਇਕੱਠੀ ਕਰ ਲਈ ਹੈ ਤੇ ਹੋਊਗਾ ਵੀ ਮੈਨੂੰ ਜ਼ਰੂਰ ਆ, ਜਿਵੇਂ ਕੈਪਟਨ ਸਾਹਿਬ ਵੀ ਕਹਿ ਰਹੇ ਆ ਵੀ ਅਸੀਂ ਕਰਾਂਗੇ ਇਸ ਚੀਜ਼ ਨੂੰ। ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਜੇ ਕਿਸੇ ਕੋਲ ਵੀ ਸਬੂਤ ਹੈਗੇ ਤਾਂ ਲੈ ਕੇ ਆਓ, ਪੋਲਿਟਿਕਸ ਨਾ ਕਰੋ, ਸਿਆਸਤ ਨਾ ਕਰੋ। ਤਾਂ ਤੁਹਾਡੇ ਕੋਲ ਕੋਈ ਸਬੂਤ ਹੈ? ਜਿਹੜੇ ਬੰਦੇ ਫੜੇ ਆ ਉਹ ਕਹਿ ਰਹੇ ਵੀ ਸਾਨੂੰ ਤਾਂ ਉੱਤੋਂ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਚੁਕਾਇਆ ਗਿਆ, ਜੋ ਵੀ ਕੀਤਾ ਗਿਆ। ਹੁਣ ਵੀ ਅਸਲ ਤਾਂ ਜਿਹੜੀ ਕੜੀ ਹੈ, ਜਿਹੜਾ ਦਾ ਮੇਨ ਹੈਗਾ ਹੈੱਡ ਹੈ, ਉਹਦਾ ਹੈੱਡ ਆ ਉਹੀ ਦੱਸ ਸਕਦਾ ਨਾ ਵੀ ਸਾਥੋਂ ਕਿਉਂ ਕੀਤਾ, ਕਿਸ ਵਜ੍ਹਾ ਕਰਕੇ ਕੀਤਾ। ਇਸ ਦੇ ਉੱਤੇ ਆਹ ਵੈਬਸਾਈਟ ਹੈ ਜਿਸ ਦੇ ਵਿੱਚ ਮੋਸਟਲੀ ਜੋ ਵਿਕਟਮਸ ਨੇ ਉਹਨਾਂ ਦੇ ਵੱਲੋਂ ਅਪੀਲ ਵੀ ਹੈ ਤੇ ਬਾਕੀ ਇਹਦੇ ਵਿੱਚ ਸਾਰਾ ਜੋ ਇਨਫੋਰਮੇਸ਼ਨ ਹੈ ਬੇਅਦਬੀ ਮਾਮਲੇ ਨੂੰ ਲੈ ਕੇ ਜਾਂ ਗੋਲੀकांड ਨੂੰ ਲੈ ਕੇ ਉਹ ਅਸੀਂ ਇੱਕ ਇੱਕ ਕਰਕੇ ਦੇਖੋ ਆ ਇਹਦੇ ਵਿੱਚ ਜੋ FIRs ਨੇ ਇਹਦੇ ਵਿੱਚ ਰਿਲੇਟਡ ਮਾਮਲੇ ਦੇ ਵਿੱਚ ਚਾਰਜ ਸ਼ੀਟ ਜੋ ਫਾਈਲ ਕੀਤੀ ਗਈ ਸੀ ਰੀਸੈਂਟਲੀ, ਹਾਈ ਕੋਰਟ ਦੇ ਆਰਡਰਸ ਵੀ ਨੇ ਤੇ ਜੋ ਪਟੀਸ਼ਨ 2018 ਚ ਭੁਪਿੰਦਰ ਗੋਰਾ ਜੀ ਵੱਲੋਂ ਫਾਈਲ ਕੀਤੀ ਗਈ ਸੀ ਕੋਰਟ ਦੇ ਵਿੱਚ ਉਹਦਾ ਵੀ ਮਜ਼ਮੂਨ, ਉਹਦੀ ਡਿਟੇਲਸ ਨੇ। ਸਰਕਾਰ ਨੂੰ ਉਦਮ ਕਰਕੇ ਉਹਨਾਂ ਨੈਸ਼ਨਲ ਕਮੇਟੀ ਦੇ ਬੰਦਿਆਂ ਨੂੰ ਫੜ ਕੇ ਪੁੱਛਗਿੱਛ ਕਰਨੀ ਚਾਹੀਦੀ ਹੈ ਤਾਂ ਕਿ ਇਹਦੀ ਮੇਨ ਕੌਨਸਪੀਰੇਸੀ ਕੀ ਸੀ ਉਹ ਪਤਾ ਲੱਗੇ। ਹਰਭਜਨ ਸਿੰਘ ਮਾਂਝੀ ਨੇ ਬੁਰਜ ਜਵਾਰ ਸਿੰਘ ਵਾਲਾ ਹੀ ਦੀਵਾਨ ਲਾਇਆ ਸੀਗਾ, ਇਹ ਇਨਵੈਸਟੀਗੇਸ਼ਨ 'ਚ ਆ ਰਿਹਾ ਤੇ ਉਹਦੇ ਵਿੱਚ ਉੱਥੇ ਪ੍ਰੇਮੀਆਂ ਨੇ ਉਹਦੇ ਪ੍ਰੇਰਨਾ ਲੈ ਕੇ ਉਹਦੇ ਦੀਵਾਨ ਤੋਂ ਲੋਕਟ ਉਤਾਰਤੇ, ਕਿਸੇ ਨੇ ਦਰੀਆਂ ਥੱਲੇ ਲੁਕੋਤੇ, ਕਿਸੇ ਨੇ ਸਟੇਜ 'ਤੇ ਲਾ ਕੇ ਰੱਖਤੇ। ਇਸ ਗੱਲ ਦਾ ਇਨਫੋਰਮ ਕਰਿਆ ਜਦੋਂ ਉਹ ਡਿਸੀਜ਼ਡ ਮਹਿੰਦਰਪਾਲ ਬਿੱਟੂ ਹੈ, ਇਹ ਨੈਸ਼ਨਲ ਕਮੇਟੀ ਨਾਲ ਗੱਲ ਹੋਈ ਤਾਂ ਇਨਵੈਸਟੀਗੇਸ਼ਨ ਦੇ ਵਿੱਚ ਆ ਰਿਹਾ ਵੀ ਰਾਮ ਰਹੀਮ ਨੇ ਫਿਰ ਕਿਹਾ ਵੀ ਉਹ ਮੇਰੇ ਨਾਮ ਦੀ, ਮੇਰੇ ਲੋਕਟਾਂ ਦੀ ਬੇਇੱਜ਼ਤੀ ਕਰੀਏ, ਜਿੱਥੇ ਉੱਥੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਰੋਲਿਆ ਜਾਣਾ ਚਾਹੀਦਾ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਇਸ ਵਕਤ। ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਬੇਅਦਬੀ ਦਾ ਮਸਲਾ ਪਿਛਲੇ ਕਈ ਦਿਨਾਂ ਤੋਂ ਗਰਮਾਇਆ ਹੋਇਆ। ਸਿੱਧੇ ਤੌਰ ਤੇ ਸੁਖਬੀਰ ਸਿੰਘ ਬਾਦਲ ਵੀ ਆਪਣੇ ਫੇਸਬੁੱਕ ਅਕਾਊਂਟ ਤੇ ਇੱਕ ਪੋਸਟ ਪਾਉਂਦੇ ਨੇ ਕਿ ਜੇ ਕਿਸੇ ਤੋਂ ਵੀ ਸਬੂਤ ਹੈਗੇ ਤਾਂ ਸਬੂਤ ਲੋਕਾਂ ਦੀ ਕਚਹਿਰੀ ਦੇ ਵਿੱਚ ਦੇਣੇ ਚਾਹੀਦੇ, SIT ਨੂੰ ਦੇਣੇ ਚਾਹੀਦੇ ਤਾਂ ਜੋ ਇਨਸਾਫ ਹੋ ਸਕੇ, ਸਿਆਸਤ ਨਾ ਹੋਵੇ। ਤੇ ਦੂਜੇ ਪਾਸੇ ਕੈਪਟਨ ਸਰਕਾਰ ਦੀ ਵਜ਼ਾਰਤ ਦੇ ਵਿੱਚ ਵੀ ਵੱਡੇ ਪੱਧਰ ਤੇ ਖਲਲ ਮਚਿਆ ਹੋਇਆ ਇਸੇ ਮਸਲੇ ਨੂੰ ਲੈ ਕੇ ਕਿ ਬੇਅਦਬੀ ਦੀ ਇਨਸਾਫ ਦੇ ਲਈ ਜੇ ਅਸੀਂ ਹੁਣ ਨਾ ਕੋਸ਼ਿਸ਼ ਕੀਤੀ ਤਾਂ ਲੋਕਾਂ ਦੀ ਕਚਹਿਰੀ ਦੇ ਵਿੱਚ ਕੀ ਕਹਿ ਕੇ ਜਾਵਾਂਗੇ। ਤੇ ਸਾਡੇ ਨਾਲ ਭੁਪਿੰਦਰ ਗੋਰਾ ਜੀ ਨੇ, ਨਾਲ ਰਵਨੀਤ ਜੀ ਨੇ, ਨਾਲ ਮਹਿੰਦਰ ਜੀ ਨੇ। ਇੱਕ ਵੈਬਸਾਈਟ ਤਿਆਰ ਕੀਤੀ ਗਈ ਹੈ ਹੁਣ। ਇਸ ਵੈਬਸਾਈਟ ਦੇ ਉੱਪਰ तमाम ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਜਾਵੇਗੀ ਤੇ ਲੋਕਾਂ ਤੋਂ ਪਟੀਸ਼ਨ ਸਾਈਨ ਕਰਵਾਈ ਜਾਵੇਗੀ ਕਿ ਕਿਸ ਤਰੀਕੇ ਦੇ ਨਾਲ ਇਸ ਜਿਹੜਾ ਮਸਲਾ ਲਗਾਤਾਰ ਲਟਕਦਾ ਆ ਰਿਹਾ ਉਸ ਦੇ ਵਿੱਚ ਇਨਸਾਫ ਮਿਲੇ। ਗੋਰਾ ਜੀ, ਸਭ ਤੋਂ ਪਹਿਲਾਂ ਤਾਂ ਇਹ ਵੈਬਸਾਈਟ ਤਿਆਰ ਕੀਤੀ ਹੈ, ਮਕਸਦ ਇਹੀ ਹੈ ਕਿ ਲੰਮਾ ਸਮਾਂ ਹੋ ਗਿਆ ਇੰਤਜ਼ਾਰ ਕਰਦਿਆਂ ਨੂੰ ਤੇ ਕੋਈ ਨਾ ਕੋਈ ਸਖਤ ਕਾਰਵਾਈ ਹੋਵੇ। ਦੇਖੋ ਇਹ ਮਸਲੇ ਨੂੰ 2015 ਦਾ 6 ਸਾਲ ਹੋ ਗਏ ਚੱਲ ਰਹੇ ਨੂੰ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 2015 ਦੇ ਵਿੱਚ ਹੋਈ ਸੀ। ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਚੱਕਿਆ ਗਿਆ, ਚੱਕਣ ਤੋਂ ਬਾਅਦ ਉਹਦੇ ਪੋਸਟਰ ਲਾਏ ਗਏ ਵੀ ਫਿਲਮ ਚਲਾਉਣ ਖਾਤਰ। ਫਿਰ ਉਸ ਤੋਂ ਬਾਅਦ ਦੇਖੋ ਬਦਕਿਸਮਤੀ ਐਡੀ ਆ ਵੀ ਜਦੋਂ ਪੋਸਟਰ ਹੀ ਲੱਗ ਗਏ, ਇੱਕ ਪ੍ਰੂਫ ਹੀ ਮਿਲ ਗਿਆ ਤਾਂ ਉਹਨੂੰ ਵੀ ਮੰਦੇ ਨਜ਼ਰ ਕਰਦੇ ਹੋਏ, ਉਹਨੂੰ ਪਰੇ ਕਰਦੇ ਹੋਏ ਤਾਂ ਉਸ ਤੋਂ ਬਾਅਦ ਬੇਅਦਬੀ ਹੋ ਜਾਂਦੀ ਹੈ ਇੱਕ ਫਿਲਮ ਨੂੰ ਲੈ ਕੇ ਵੀ ਸਾਡੀ ਜੇ ਫਿਲਮ ਚੱਲੂਗੀ ਤਾਂ ਉਹਨੂੰ ਸਾਰੀਆਂ ਚੀਜ਼ਾਂ ਪਰੇ ਕਰਨ ਤੋਂ ਬਾਅਦ 6 ਸਾਲ ਹੋ ਚੁੱਕੇ ਆ। ਤੇ ਮੈਂ ਇਸ ਚੀਜ਼ ਨੂੰ ਲੈ ਕੇ ਅਸੀਂ ਉਸ ਟਾਈਮ 'ਤੇ ਹੀ ਲੱਗੇ ਹੋਏ। ਜਦੋਂ ਪੋਸ਼ਾਕ ਪਾਈ ਸੀ 2007 'ਚ, ਉਦੋਂ ਵੀ ਮੈਂ ਇਸ ਚੀਜ਼ ਦਾ ਵਿਰੋਧ ਕੀਤਾ ਸੀ ਤੇ ਉਸ ਤੋਂ ਬਾਅਦ ਫਿਰ ਅਸੀਂ ਲਗਾਤਾਰ 15 ਤੋਂ ਲੈ ਕੇ ਫਿਰ ਇਹ ਜਿਹੜਾ 15 ਤੋਂ ਬਾਅਦ ਜਦੋਂ ਸਰਕਾਰ ਕੈਪਟਨ ਅਮਰਿੰਦਰ ਸਿੰਘ ਜੀ ਦੀ ਬਣੀ ਹੈ, ਉਸ ਟਾਈਮ ਇਹ ਜਿਹੜਾ ਸੀਗਾ ਕੇਸ CBI ਕੋਲੇ ਚਲਾ ਗਿਆ। 3 ਸਾਲ 4 ਸਾਲ ਉੱਥੇ ਠੰਡੇ ਬਸਤੇ 'ਚ ਪੈ ਗਿਆ। ਅਖੀਰ CBI ਨੇ ਕਲੋਜ਼ਰ ਰਿਪੋਰਟ ਦੇਤੀ। ਇੱਕ ਪਾਸੇ ਤਾਂ ਨਾ BJP ਜਾਂ ਇਹ ਮੰਗ ਰਹੇ ਇਨਸਾਫ ਦੀ ਗੱਲ ਕਰ ਰਹੇ ਆ, ਇੱਕ ਪਾਸੇ ਕਹਿੰਦੇ ਵੀ ਇਹਦਾ ਕੋਈ ਕਸੂਰਵਾਰ ਹੀ ਨਹੀਂ ਜੀ, ਇਹ ਤਾਂ ਕਿਸੇ ਨੇ ਬੇਅਦਬੀ ਕੀਤੀ ਨਹੀਂ ਤੇ ਇਹ ਤਾਂ ਜਿਹੜਾ ਹੈਗਾ ਇਹ ਸਾਰਾ ਬੰਦ ਕਰਤੀ। ਉਹ ਬੰਦ ਕਰਨ ਤੋਂ ਬਾਅਦ ਅਸੀਂ ਜਿਹੜੀ ਉਸ ਤੋਂ ਪਹਿਲਾਂ ਹੀ ਇਹਦੇ ਵਿੱਚ 18 ਦੇ ਤੇ 19 ਦੇ ਵਿੱਚ ਮਾਨਯੋਗ ਹਾਈ ਕੋਰਟ 'ਚ ਗਏ ਸੀ ਵੀ ਜਦੋਂ ਹੁਣ ਤੁਸੀਂ ਕਲੀਅਰ ਹੀ ਕਰਤਾ, ਜਸਟਿਸ ਰਣਜੀਤ ਸਿੰਘ ਜੀ ਨੇ ਕਰਤਾ, ਨਾਲ ਖੜਰਾ ਜੀ ਨੇ ਕਰਤਾ ਤੇ ਇਹਦੇ ਵਿੱਚ ਇਹ ਦੇਤਾ ਵੀ ਜਿਹੜੇ ਗੁਰੂ ਗ੍ਰੰਥ ਦੀ ਬੇਅਦਬੀ ਹੋਈ ਆ ਉਹ ਰਾਮ ਰਹੀਮ ਦੇ ਤੇ ਰਾਮ ਰਹੀਮ ਦੇ ਚੇਲਿਆਂ ਨੇ ਇਹਨਾਂ ਨੇ ਕੀਤੀ ਹੈ ਤਾਂ ਉਹ 'ਚ ਕਲੀਅਰ ਹੋ ਗਿਆ। ਸਾਡੀ ਉਦੋਂ ਮੰਗ ਸੀ ਵੀ ਰਾਮ ਰਹੀਮ ਤੋਂ ਜਾ ਕੇ ਫਿਰ ਉਹਨੂੰ ਲਿਆ ਕੇ ਇੱਥੇ ਇਨਵੈਸਟੀਗੇਸ਼ਨ ਕਰਕੇ ਤੇ ਉਹਦੇ 'ਤੇ ਪਰਚਾ ਦਰਜ ਹੋਣਾ ਚਾਹੀਦਾ ਤੇ ਅਸੀਂ ਚਲੋ ਅੱਜ ਵੈਲਕਮ ਕਰਦੇ ਹਾਂ। ਦੇਖੋ ਇਹਦੇ ਵਿੱਚ ਕੋਈ ਮੈਂ ਰਾਜਨੀਤੀ ਨਹੀਂ ਕਰਨੀ, ਅਸੀਂ ਨਾ ਹੀ ਇਹ 'ਚ ਕੀਤੀ। ਅਸੀਂ ਤਾਂ 2007 ਤੋਂ ਲੱਗੇ ਹਾਂ। ਰਾਜਨੀਤੀ ਕਰਨੀ ਹੁੰਦੀ ਤਾਂ ਫਿਰ ਮੈਂ ਡੇਰੇ ਦੇ ਨਾਲ ਹੀ ਰਹਿੰਦਾ, ਕਿਉਂਕਿ ਵੋਟਾਂ ਉਹਨਾਂ ਕੋਲ ਜਿਵੇਂ ਲੀਡਰ ਕਹਿੰਦੇ ਆ। ਅਸੀਂ ਸਾਡਾ ਕੋਈ ਨਹੀਂ, ਸਾਡਾ ਅਸੀਂ ਗੁਰੂ ਦੇ ਨਾਲ ਜੁੜੇ ਹੋਏ ਹਾਂ, ਆਦੀ ਜਾਨਾਂ ਨੂੰ ਖਤਰੇ ਦੇ ਪਾ ਕੇ ਵਿੱਚ ਜੁੜੇ ਹੋਏ ਹਾਂ। ਸਾਡਾ ਹੁਣ ਅੱਜ ਇਹੀ ਜਿਹੜਾ ਹੈਗਾ ਕਰਨ ਦਾ ਵੀ ਅੱਜ ਕੈਪਟਨ ਸਾਹਿਬ ਨੇ ਕੀਤਾ, ਵੈਲਕਮ ਕਰਦੇ ਹਾਂ ਵੀ ਅਸੀਂ ਪ੍ਰੇਮੀਆਂ ਦੇ ਉੱਤੇ ਪਰਚਾ ਕੀਤਾ ਨਵੀਂ SIT ਨੇ
ਬੰਦੇ ਵੀ ਉਹ 'ਚ ਸਾਰੇ ਵਧੀਆ, ਸਾਰੇ ਜਿੰਨੇ ਐਸਆਈਟੀਆਂ 'ਚ ਲੱਗੇ ਆ ਇਮਾਨਦਾਰ ਲੱਗੇ ਆ। ਹੁਣ ਵੀ ਸਾਨੂੰ ਹੋਪ ਹੈ, ਪੂਰੀ ਉਮੀਦ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਦੋਂ ਡੇਰਾ ਪ੍ਰੇਮੀਆਂ ਤੇ ਹੋ ਗਿਆ ਜਿਨ੍ਹਾਂ ਨੇ ਬੇਅਦਬੀ ਕੀਤੀ ਸੀ, ਦੇਖੋ ਕਈ ਤਾਂ ਆਮ ਲੋਕਾਂ ਦੇ ਵਿੱਚ ਵੀ ਕਈ ਤਰ੍ਹਾਂ ਦਾ ਭੰਬਲ ਭੂਸਾ ਹੈ ਵੀ ਉਹ ਜੀ ਬੇਅਦਬੀ ਵਾਲਾ ਅਲੱਗ ਕੇਸ ਹੈ, 3 ਐਸਆਈਟੀਆਂ ਬਣੀਆਂ, ਜਿਹੜਾ ਹੈਗਾ ਜਿਹੜੇ ਸ਼ਹੀਦ ਹੋਏ ਆ ਉਹ ਅਲੱਗ ਕੇਸ ਹੈ, ਕੋਟਕਪੂਰਾ ਹਾਂ ਜੀ, ਤੇ ਬਾਈਬਲ ਕਲਾਂ ਵਾਲਾ ਜਿਹੜਾ ਹੈਗਾ ਉਹ ਅਲੱਗ ਕੇਸ ਹੈ, ਠੀਕ ਹੈ ਨਾ। ਇਹ ਤਿੰਨਾਂ ਨੂੰ ਕੇਸਾਂ ਨੂੰ ਕੋਈ ਜੁਆਇੰਟ ਹੀ ਦੇਖ ਲੈਂਦੇ ਆ। ਮੈਂ ਨਾ ਵੀ ਇਹ ਅਲੱਗ-ਅਲੱਗ ਆ, ਦੇਖੋ ਤਿੰਨੇ ਕੇਸ ਬੇਅਦਬੀ ਵਾਲੇ ਦੇ ਵਿੱਚ ਇਹ ਆਪਾਂ ਨੂੰ ਕਲੀਅਰ ਹੋ ਗਿਆ ਵੀ ਜਦੋਂ ਉਹਨਾਂ ਨੇ ਪੋਸਟਰ ਲਾਉਣ ਤੋਂ ਬਾਅਦ ਵੀ ਤੇ ਬਾਕੀ ਸਾਰੀਆਂ ਰਿਪੋਰਟਾਂ ਤੋਂ ਬਾਅਦ ਵੀ ਤੇ ਬਾਕੀ ਉਹਨਾਂ ਦੇ ਐਫਆਈਆਰਾਂ ਹੀ ਹੋ ਗਈਆਂ 117 ਤੇ 128 ਜਿਹੜੀ ਉਹਦੇ ਵਿੱਚ ਨਾਮ ਦਰਜ ਹੋ ਗਏ। 63 ਰਾਮ ਰਹੀਮ ਦਾ ਉਹਦੇ ਵਿੱਚ ਨਾਮ ਇਨਵੋਲਵ ਹੋ ਗਿਆ ਐਫਆਈਆਰ ਦੇ ਵਿੱਚ, ਕਲੀਅਰ ਹੋ ਗਿਆ। ਹੁਣ ਉਹ ਬੰਦੇ ਫੜ ਲਏ। ਹੁਣ ਅਸੀਂ ਕਹਿੰਦੇ ਵੀ ਜਿਹੜਾ ਰਾਮ ਰਹੀਮ ਆ ਤੇ ਉਹਦਾ ਜਿਹੜਾ ਪੀਏ ਹੈ ਉਹਨਾਂ ਨੂੰ ਵੀ ਲਿਆ ਕੇ ਇੱਥੇ ਇੰਟਰੋਗੇਟ ਕਰਕੇ ਉਹਨੂੰ ਪੁੱਛਣਾ ਚਾਹੀਦਾ, ਕਿਉਂਕਿ ਉੱਥੇ ਹੀ ਚੱਲਣੀਆਂ ਗੱਲ ਤਾਂ ਵੀ ਉਹਨੇ ਕਿਉਂ ਕੀਤੀ ਤੇ ਕਿਉਂ ਕਰਾਈ ਗਈ। ਨੰਬਰ ਅਗਲੀ ਗੱਲ ਰਹੀ ਫਿਰ ਜਿਹੜੇ ਹੈਗੇ ਸਾਡੇ ਜਿਹੜੇ ਸ਼ਹੀਦ ਹੋਏ ਆ 2 ਪਰਿਵਾਰ, ਕ੍ਰਿਸ਼ਨ ਭਗਵਾਨ ਜੀ ਹੈ, ਉਹਨਾਂ ਦੇ ਬੇਟੇ ਸਕਰਾਜ ਸਿੰਘ ਜੀ ਦੂਜਾ ਪਰਿਵਾਰ ਹੈ, ਬਾਕੀ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਸੀ ਉਹ ਪਰਿਵਾਰ ਹੈ। ਉਹ ਪਰਿਵਾਰ ਵੀ ਸਾਡੀ ਅਸੀਂ ਇੱਕ ਅੱਜ ਵੈਬਸਾਈਟ ਬਣਾਈ ਹੈ, ਉਹ ਜਿਹੜੇ ਵਿਕਟਮ ਪਰਿਵਾਰ ਹੈ ਉਹ ਵੀ ਸਾਡੇ ਨਾਲ ਹੈ। ਵੈਬਸਾਈਟ ਅਸੀਂ ਤਾਂ ਬਣਾਈ ਹੈ ਵੀ ਹੁਣ ਦੇਖੋ ਐਸਆਈਟੀਆਂ ਕੈਪਟਨ ਸਾਹਿਬ ਨੇ ਵੀ ਵਿਸ਼ਵਾਸ ਦਿਵਾਤਾ ਵੀ ਅਸੀਂ ਆਉਣ ਵਾਲੇ 2-2.5 ਮਹੀਨਿਆਂ ਦੇ ਵਿੱਚ ਜਿਹੜਾ ਅਸੀਂ ਇਹ ਕਰ ਦਾਂਗੇ, ਤੇ ਸਾਨੂੰ ਵੀ ਪੂਰੀ ਉਮੀਦ ਹੈ ਵੀ ਕੈਪਟਨ ਸਾਹਿਬ ਕਰਨਗੇ ਐਜ ਏ ਸਿੱਖ ਹੋਣ ਦੇ ਨਾਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ, ਉਹ ਜ਼ਰੂਰ ਕਰਨਗੇ, ਤੇ ਸਾਨੂੰ ਉਮੀਦ ਨਹੀਂ ਸੀ ਛੱਡੀ। ਸਾਨੂੰ ਪੂਰੀ ਸ਼ੁਰੂਆਤ ਦੇ ਵਿੱਚ ਮੈਂ ਜ਼ਿਕਰ ਕੀਤਾ ਕਿ ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਜੇ ਕਿਸੇ ਕੋਲ ਵੀ ਸਬੂਤ ਹੈਗੇ ਤਾਂ ਲੈ ਕੇ ਆਓ, ਪੋਲਿਟਿਕਸ ਨਾ ਕਰੋ, ਸਿਆਸਤ ਨਾ ਕਰੋ। ਤਾਂ ਤੁਹਾਡੇ ਕੋਲ ਕੋਈ ਸਬੂਤ ਹੈ ਕਿ ਤੁਸੀਂ ਤਾਂ ਉਸ ਡੇਰੇ ਦੇ ਨਾਲ ਰਹਿੰਦੇ ਰਹੇ ਹੋ, ਤੁਸੀਂ ਹੁਣ ਸਾਫ਼ ਤੌਰ 'ਤੇ ਜ਼ਿਕਰ ਦੁਬਾਰਾ ਵੀ ਇਸੇ ਗੱਲ ਦਾ ਕੀਤਾ ਕਿ ਗੱਲ ਤਾਂ ਸਿੱਧੀ ਡੇਰੇ ਵੱਲ ਜਾਂਦੀ ਹੈ, ਇਨਸਾਫ ਤਾਂ ਉੱਥੇ ਹੀ ਹੋਣਾ ਕਿ ਡੇਰਾ ਮੁਖੀ ਨੂੰ ਲਿਆ ਕੇ ਇੰਟਰੋਗੇਟ ਕੀਤਾ ਜਾਵੇ। ਤਾਂ ਤੁਹਾਡੇ ਕੋਲ ਕੋਈ ਸਬੂਤ ਹੈ? ਦੇਖੋ ਮੈਂ ਤਾਂ ਇਹ ਗੱਲ ਕਹਿ ਰਿਹਾ ਵੀ ਦੇਖੋ ਐਸਆਈਟੀਆਂ ਨੇ ਪਰਚੇ ਕਰਤੇ, ਰਾਮ ਰਹੀਮ ਤੇ ਬੰਦਿਆਂ ਤੇ ਰਾਮ ਰਹੀਮ ਤੇ ਪਰਚਾ ਹੋ ਗਿਆ। ਹੁਣ ਦੇਖੋ ਜਿਹੜੇ ਬੰਦੇ ਫੜੇ ਆ ਉਹ ਕਹਿ ਰਹੇ ਵੀ ਸਾਨੂੰ ਤਾਂ ਉੱਤੋਂ ਜਿਹੜਾ ਹੈਗਾ ਚੁਕਾ ਗੁਰੂ ਗ੍ਰੰਥ ਸਾਹਿਬ ਚੁਕਾਇਆ ਗਿਆ, ਜੋ ਵੀ ਕੀਤਾ ਗਿਆ। ਹੁਣ ਵੀ ਅਸਲ ਤਾਂ ਜਿਹੜੀ ਕੜੀ ਹੈ, ਜਿਹੜਾ ਤਾਂ ਮੇਨ ਹੈਗਾ ਹੈੱਡ ਹੈ, ਉਹਦਾ ਹੈੱਡ ਹੈ, ਉਹੀ ਦੱਸ ਸਕਦਾ ਨਾ ਵੀ ਸਾਥੋਂ ਕਿਉਂ ਕੀਤਾ, ਕਿਸ ਵਜ੍ਹਾ ਕਰਕੇ ਕੀਤਾ, ਜਾਂ ਇਹਦੇ ਪਿੱਛੇ ਸਾਡੇ ਨਾਲ ਹੋਰ ਵੀ ਹੈ ਕੋਈ। ਐਕਚੁਅਲ ਤਾਂ ਹੁਣ ਉਹ ਦੱਸੂਗਾ ਨਾ ਜੀ, ਉੱਥੋਂ ਤੱਕ ਤਾਂ ਗੱਲ ਪਹੁੰਚ ਗਈ, ਉਦੋਂ ਗਾਂਹ ਹੁਣ ਗੱਲ ਉਹੀ ਦੱਸ ਸਕਦਾ। ਉਹੀ ਤਾਂ ਮੈਂ ਕਹਿ ਰਿਹਾ ਵੀ ਜੇ ਉਹਨੂੰ ਲਿਆਂਦਾ ਜਾਵੇ, ਹਰਿਆਣਾ ਸਰਕਾਰ ਉਹਨੂੰ ਜਾਂ ਉੱਥੋਂ ਦੀ ਜਿਹੜੀ ਹੈਗੀ ਉਹ ਸਾਥ ਦੇਵੇ, ਜੇ ਉਹਨਾਂ ਦੀ ਸਹੀ ਨੀਤ ਹੈ ਤਾਂ। ਜੇ ਪਿਛਲੀ ਵਾਂਗੂ ਜਿਵੇਂ ਕਰੋਜਰ ਰਿਪੋਰਟ 'ਚ ਉਹਨਾਂ ਨੇ ਬੰਦ ਹੀ ਕਰਤੀ ਸੀ ਫਾਈਲ, ਤੇ ਉਹਨਾਂ ਨੇ ਕਹਿਤਾ ਸੀਗਾ ਇਹ ਤਾਂ ਜੀ ਖਤਮ, ਇਹਦੇ ਵਿੱਚ ਕੋਈ ਬੰਦਾ ਨਹੀਂ, ਇਹਦੇ ਵਿੱਚ ਕੋਈ ਕੁਛ ਨਹੀਂ, ਤੇ ਇਹਦਾ ਕੋਈ ਸਬੂਤ ਨਹੀਂ, ਕੁਛ ਨਹੀਂ, ਇਹਨੂੰ ਬੰਦ ਕਰਤਾ ਕੇਸ ਨੂੰ। ਜੇ ਉਹਨਾਂ ਨੇ ਉਵੇਂ ਹੀ ਕਰਨਾ ਤੇ ਕਿਉਂਕਿ ਪਿਛਲੀ ਵਾਰ ਵੀ ਗਏ ਸੀ ਉਹ ਸਨਾਰੀਆ ਜੇਲ੍ਹ ਦੇ ਗੇਟ ਤੋਂ ਵਾਪਸ ਕਰਤਾ। ਇਹ ਕਹਿ ਰਹੇ ਹੋ ਕਿ ਪੰਜਾਬ ਸਰਕਾਰ ਨੂੰ ਹੋਰ ਕੋਸ਼ਿਸ਼ਾਂ ਦੇ ਨਾਲ ਇਹ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਰਾਮ ਰਹੀਮ ਨੂੰ ਇੰਟਰੋਗੇਟ ਕੀਤਾ ਜਾਵੇ ਪੰਜਾਬ ਲਿਆ ਕੇ। ਬਿਲਕੁਲ ਮੈਂ ਕਹਿੰਦਾ ਵੀ ਜਦੋਂ ਹੁਣ ਉੱਤੇ ਪਰਚਾ ਹੀ ਹੋ ਗਿਆ ਉਹਨੂੰ ਵੀ ਲਿਆਂਦਾ ਜਾਵੇ ਨਾਲ। ਜਿਹੜੀਆਂ 3 ਐਸਆਈਟੀਆਂ ਤਾਂ ਕੰਮ ਕਰ ਹੀ ਰਹੀਆਂ, ਤੇ ਇਹਦਾ ਤੇਰਾ ਟਾਈਮ ਇਹਨੂੰ ਥੋੜ੍ਹਾ ਜਿਹਾ ਸ਼ਾਰਟ ਕੀਤਾ ਜਾਵੇ, ਜਿਵੇਂ 6 ਮਹੀਨਿਆਂ ਦਾ ਕਹਿ ਰਹੇ ਆ, ਉਦੋਂ ਪਹਿਲਾਂ 2 ਮਹੀਨਿਆਂ ਦੇ ਵਿੱਚ 2.5 ਮਹੀਨਿਆਂ ਦੇ ਵਿੱਚ ਹੋ ਜੇ ਇਨਸਾਫ, ਕਿਉਂਕਿ ਸਾਰੀ ਚੀਜ਼ ਇੰਨੀਆਂ ਐਸਆਈਟੀਆਂ ਨੇ ਇਕੱਠੀ ਕਰ ਲਈ ਹੈ। ਤੇ ਹੋਊਗਾ ਵੀ ਮੈਨੂੰ ਜ਼ਰੂਰ ਹੈ, ਜਿਵੇਂ ਕੈਪਟਨ ਸਾਹਿਬ ਵੀ ਕਹਿ ਰਹੇ ਆ ਵੀ ਅਸੀਂ ਕਰਾਂਗੇ ਇਸ ਚੀਜ਼ ਨੂੰ, ਤੇ ਸਾਨੂੰ ਸਾਰਿਆਂ ਨੂੰ ਇੱਕ ਵਾਰੀ ਉਹਨਾਂ ਦਾ ਸਾਥ ਤਾਂ ਦੇਣਾ ਚਾਹੀਦਾ ਵੀ ਕਿਉਂਕਿ ਹੁਣ ਜ਼ੋਰ ਸ਼ੋਰ ਨਾਲ ਇਸ ਚੀਜ਼ 'ਤੇ ਸਾਰੀ ਚੀਜ਼ ਚੱਲ ਰਹੀ ਹੈ। ਅਸੀਂ ਹੁਣ ਜਿਹੜੀ ਇੱਕ ਦੀ ਵੈਬਸਾਈਟ ਤਾਂ ਤਿਆਰ ਕੀਤੀ ਹੈ ਤਾਂ ਕਿ ਤੁਹਾਡੇ ਚੈਨਲ ਰਾਹੀਂ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਉਹਦੇ ਨਾਲ ਸਾਰੇ ਜਿੰਨੇ ਵੀ ਪੰਜਾਬ 'ਚ ਜਾਂ ਬਾਹਰਲੇ ਦੇਸ਼ਾਂ ਦੇ ਵਿੱਚ ਸਿੱਖ ਕੌਮ ਬੈਠੀ ਹੈ ਉਹ ਸਾਰੇ ਉਸ ਦੇ ਨਾਲ ਜੁੜਨ। www ਪੰਜਾਬ ਮੰਗਦਾ ਇਨਸਾਫ, ਤੇ ਉਹ ਜਾ ਕੇ ਉਸ 'ਤੇ ਜੁੜਨ ਦਾ ਇਹ ਕਾਰਨ ਹੈ ਵੀ ਕਿਉਂਕਿ ਬਾਹਰਲੇ ਦੇਸ਼ਾਂ 'ਚ ਕਾਫੀ ਜਿਹੜੇ ਕੋਈ ਪੈਂਡਿੰਗ ਕੇਸ ਜਾਂ ਕੋਈ ਇਸ ਚੀਜ਼ਾਂ ਦੀਆਂ ਆਉਂਦੀਆਂ, ਕੋਈ ਜਿਹੜੇ ਸਾਂਝੇ ਇਸ਼ੂ ਹੁੰਦੇ ਆ, ਕਾਮਨ ਇਸ਼ੂ ਹੁੰਦੇ ਆ, ਉਹਨਾਂ 'ਤੇ ਬੜੇ ਵਾਰੀ ਮਤਲਬ ਕਿ ਲੋਕਾਂ ਦੇ ਸਾਈਨ ਕਰਾਏ ਜਾਂਦੇ ਆ। ਅਸੀਂ ਉਹ 'ਚ ਇੱਕ ਫਾਰਮ ਲਾਂਚ ਕੀਤਾ ਵੀ ਸਾਰੇ ਉਹਦੇ ਨਾਲ ਜੁੜ ਗਏ। ਇੱਕ ਤਾਂ ਸਾਰਿਆਂ ਦੀ ਉਹ 'ਚ ਨਾਲ ਅਸੀਂ ਜੁੜ ਜਾਵਾਂਗੇ, ਉਹਨਾਂ ਦੀ ਸ਼ਮੂਲੀਅਤ ਹੋ ਜਾਊਗੀ, ਤੇ ਨਾਲ ਹੀ ਜਿਹੜਾ ਹੈਗਾ ਸਾਡਾ ਇੱਕ ਮਾਨਯੋਗ ਹਾਈ ਕੋਰਟ ਕੋਲੇ ਅਸੀਂ ਜਿਹੜਾ ਪੂਰੇ ਜ਼ਿਲ੍ਹਿਆਂ 'ਚ ਜਾ ਕੇ ਅਸੀਂ ਇਹ ਸਾਰਾ ਪਲੰਦਾ ਇਕੱਠਾ ਕਰਾਂਗੇ, ਨਾਲ ਉਹ ਆਨਲਾਈਨ ਚੱਲੂਗਾ। ਉਹ ਕਰਨ ਤੋਂ ਬਾਅਦ ਅਸੀਂ ਸਾਰਾ ਮਾਨਯੋਗ ਹਾਈ ਕੋਰਟ 'ਚ ਤੇ ਜਿਹੜੀ ਮਾਨਯੋਗ ਫਰੀਦਕੋਟ ਦੇ ਵਿੱਚ ਕੋਰਟ ਹੈ ਉਹਨਾਂ ਦੇ, ਕਿਉਂਕਿ ਜੇ ਹੁਣ ਕੱਲ੍ਹ ਨੂੰ ਐਸਆਈਟੀਆਂ ਨੇ ਕਰਤਾ, ਮੰਨ ਲਓ ਵੀ ਉਹਨਾਂ ਨੇ ਜੀ ਕਰਕੇ ਸਾਰਾ ਭੇਜਤਾ ਚਲਾਣ, ਉਹ ਤਾਂ ਕਰਨਗੇ ਕਰਨੇ। ਹੁਣ ਉਸ ਤੋਂ ਬਾਅਦ ਫਿਰ ਕਿਤੇ ਜਿਹੜਾ ਹਾਈ ਕੋਰਟ ਜਿਵੇਂ ਪਿਛਲੀ ਵਾਰ ਹੋਇਆ, ਜੋ ਸਾਰਾ ਹੀ ਆਪਾਂ ਨੂੰ ਪਤਾ ਕਿ ਸਾਰੀ ਚੀਜ਼ ਹੋ ਗਈ ਸੀ, ਸਾਰੀ ਚੀਜ਼ ਬਾਹਰ ਆਉਣ ਵਾਲੀ ਸੀ, ਬਿੱਲੀ ਥੈਲੇ 'ਚੋਂ ਬਾਹਰ ਆਉਣੀ ਸੀ, ਤੇ ਉਦੋਂ ਜਾ ਕੇ ਉਹਨਾਂ ਨੇ ਸਾਰੀ ਖਾਰਜੀ ਕਰਤੀ। ਤਾਂ ਉਸ ਕਰਕੇ ਵੀ ਇਹ ਜੀ ਨਾ ਹੋਵੇ ਵੀ ਲੋਕਾਂ ਦਾ ਪਤਾ ਲੱਗ ਜੇ ਮਾਨਯੋਗ ਕੋਰਟਾਂ ਨੂੰ ਵੀ ਲੋਕਾਂ ਦੀਆਂ ਭਾਵਨਾ ਕਿੰਨੀਆਂ ਜੁੜੀਆਂ ਹੋਈਆਂ, ਉਹਨਾਂ ਦੀ ਭਾਵਨਾ ਦੀ ਕਦਰ ਕਰਦੇ ਹੋਏ ਤੇ ਉਹਦਾ ਤਾਂ ਇਨਸਾਫ ਉਹਨਾਂ ਤੇ ਚੀਜ਼ਾਂ ਤੇ ਜ਼ਰੂਰ ਕਰਨ। ਇਸ ਕਰਕੇ ਅਸੀਂ ਜਿਹੜੀ ਸਾਰੀ ਇਹ ਚੀਜ਼ ਪਟੀਸ਼ਨ ਜਿਹੜੀ ਹੈ ਉਹ ਵੀ ਸ਼ੁਰੂ ਕੀਤੀ ਹੈ। ਰਵਨੀਤ ਜੀ, ਜੇ ਅਸੀਂ ਗੱਲ ਕਰੀਏ ਵੈਬਸਾਈਟ ਜਿਹੜੀ ਹੈਗੀ www.punjabmangdainsaf.com, ਹੁਣ ਇਹਦੇ ਉੱਪਰ ਕੀ ਨਸ਼ਰ ਕੀਤਾ ਗਿਆ ਇਸ ਵੇਲੇ ਤੱਕ? ਇਸ ਦੇ ਉੱਤੇ ਆਹ ਵੈਬਸਾਈਟ ਹੈ ਜਿਸ ਦੇ ਵਿੱਚ ਮੋਸਟਲੀ ਜੋ ਵਿਕਟਮਸ ਨੇ ਉਹਨਾਂ ਦੇ ਵੱਲੋਂ ਅਪੀਲ ਵੀ ਹੈ, ਤੇ ਬਾਕੀ ਇਹਦੇ ਵਿੱਚ ਸਾਰਾ ਜੋ ਇਨਫੋਰਮੇਸ਼ਨ ਹੈ ਬੇਅਦਬੀ ਮਾਮਲੇ ਨੂੰ ਲੈ ਕੇ ਜਾਂ ਗੋਲੀकांड ਨੂੰ ਲੈ ਕੇ, ਉਹ ਅਸੀਂ ਇੱਕ ਇੱਕ ਕਰਕੇ ਦੇਖੋ ਆ ਇਹਦੇ ਵਿੱਚ ਜੋ FIRs ਨੇ ਇਹਦੇ ਵਿੱਚ ਰਿਲੇਟਡ ਮਾਮਲੇ ਦੇ ਵਿੱਚ
ਚਾਰਜ ਸ਼ੀਟ ਜੋ ਫਾਈਲ ਕੀਤੀ ਗਈ ਸੀ ਰੀਸੈਂਟਲੀ, ਹਾਈ ਕੋਰਟ ਦੇ ਆਰਡਰਸ ਵੀ ਨੇ, ਤੇ ਜੋ ਪਟੀਸ਼ਨ 2018 ਚ ਭੁਪਿੰਦਰ ਗੋਰਾ ਜੀ ਵੱਲੋਂ ਫਾਈਲ ਕੀਤੀ ਗਈ ਸੀ ਕੋਰਟ ਦੇ ਵਿੱਚ, ਉਹਦਾ ਵੀ ਮਜ਼ਮੂਨ, ਉਹਦੀ ਡਿਟੇਲਸ ਨੇ। ਇਹ ਤੋਂ ਇਲਾਵਾ ਅਸੀਂ ਜੋ ਹੁਣ ਇਨ ਪ੍ਰੋਗਰੈਸ ਹੈ ਉਹ ਤਿਆਰ ਹੋ ਰਹੀ ਹੈ, ਜਿਹੜੀਆਂ ਹੁਣ ਤੱਕ ਦੀਆਂ ਸਿਟਸ ਦੀਆਂ ਅਲੱਗ-ਅਲੱਗ ਰਿਪੋਰਟਸ ਆਈਆਂ ਨੇ ਉਹ ਵੀ ਇਹਦੇ ਉੱਤੇ ਜਨਤਕ ਕਰਾਂਗੇ। ਪਲੱਸ ਉਹ ਤੋਂ ਪਹਿਲਾਂ ਜਿਹੜੇ ਇਨਵੈਸਟੀਗੇਸ਼ਨ ਲਈ ਕਮਿਸ਼ਨਸ ਅਪਾਇੰਟ ਹੋਏ ਸੀ, ਰਣਜੀਤ ਸਿੰਘ ਕਮਿਸ਼ਨ, ਹੋਰ ਉਹ ਰਿਪੋਰਟਾਂ ਵੀ ਇਹਦੇ ਉੱਤੇ ਜੋ ਹੈ ਜਨਤਕ ਅਸੀਂ ਪਬਲਿਕ ਡੋਮੇਨ ਦੇ ਵਿੱਚ ਲਿਆਵਾਂਗੇ, ਤਾਂ ਕਿ ਆਮ ਆਵਾਮ ਨੂੰ ਕੋਈ ਕਨਫਿਊਜ਼ਨ ਨਾ ਰਹਿ ਜਾਏ ਜਾਂ ਇਹਦੇ ਉੱਤੇ ਰਾਜਨੀਤਿਕਕਰਨ ਨਾ ਹੋ ਸਕੇ। ਲੋਕ ਉਹ ਇਨਫੋਰਮੇਸ਼ਨ ਨੂੰ ਫ੍ਰੀ ਆਫ ਚਾਰਜ ਆਪਦਾ ਉਹਦੇ ਉੱਤੇ ਵਿਜ਼ਿਟ ਕਰਕੇ ਜੋ ਹੈ ਰੀਡ ਕਰ ਸਕਦੇ ਨੇ, ਉਹਨੂੰ ਡਾਊਨਲੋਡ ਕਰ ਸਕਦੇ ਨੇ। ਇਹ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਦੀ ਕੰਸੈਂਟ ਲੈ ਕੇ ਨਾਲ ਸਾਰਾ ਕੰਮ ਕੀਤਾ ਜਾ ਰਿਹਾ ਹੈ। ਵੈਸੇ ਤਾਂ ਇਹ ਚੀਜ਼ਾਂ ਜੋ ਵੀ ਨੇ ਜੋ ਕੋਰਟਸ ਦੇ ਵਿੱਚ ਸਬਮਿਟ ਹੋ ਜਾਂਦੀਆਂ, ਚਲਾਨ ਪੇਸ਼ ਹੋ ਜਾਂਦੇ ਨੇ, ਉਹ ਵੈਸੇ ਪਬਲਿਕ ਡੋਮੇਨ ਦੀ ਗੱਲ ਹੁੰਦੀ ਹੈ। ਜਿਹੜੀ ਅਪੀਲ ਹੈ ਉਹ ਡੈਫੀਨੇਟਲੀ ਜੋ ਪੀੜਤ ਪਰਿਵਾਰ ਹੈ ਉਹ ਸਾਡੇ ਨਾਲ ਜੋ ਹੈ ਸੰਪਰਕ 'ਚ ਹੈ, ਉਹਨਾਂ ਦੇ ਵੱਲੋਂ ਕਾਫੀ ਫੋਟੋਗ੍ਰਾਫਸ ਹੋ ਗਈਆਂ ਜਾਂ ਉਹ ਅਪੀਲ ਜੋ ਹੈ ਉਹਨਾਂ ਦੇ ਵੱਲੋਂ ਪ੍ਰੋਵਾਈਡ ਕੀਤੀ ਗਈ ਹੈ, ਤਾਂ ਕੰਸੈਂਟ ਤਾਂ ਆਫ ਕੋਰਸ ਵਿੱਚ ਹੀ ਹੈ। ਮਹਿੰਦਰ ਜੀ, ਸਭ ਤੋਂ ਵੱਡੀ ਗੱਲ, ਤੁਸੀਂ ਇੱਕ ਬੜੀ ਅਹਿਮ ਪੁਆਇੰਟ ਤੇ ਗੱਲ ਕਰ ਰਹੇ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਜਿੱਥੇ ਬੇਅਦਬੀ ਹੋਈ ਹੈ ਉੱਥੇ ਪਹਿਲਾਂ ਲੋਕਟਾਂ ਦੀ ਬੇਅਦਬੀ ਹੋਈ ਸੀ। ਡੇਰਾ ਮੁਖੀ ਕਹਿੰਦਾ ਸੀਗਾ ਕਿ ਮੇਰੇ ਲੋਕਟਾਂ ਦੀ ਬੇਅਦਬੀ ਹੋਈ ਹੈ ਤੇ ਮੈਂ ਵੀ ਵੱਡੀ ਘਟਨਾ ਨੂੰ ਅੰਜਾਮ ਦੇਵਾਂਗਾ। ਉਹ ਕੀ ਮਸਲਾ ਕੀ ਸੀ? ਉਹਦੇ ਗੱਲ ਇਹ ਹੈ ਵੀ 2020 ਦੇ ਵਿੱਚ ਜਿਹੜਾ FIR 63 ਹੈ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਦਾ ਮਾਮਲਾ ਹੈ ਬੁਰਜਵਾਰ ਸਿੰਘ ਵਾਲਾ ਤੋਂ ਗੁਰਦੁਆਰਾ ਸਾਹਿਬ ਚੋਂ, ਉਹਦੇ ਵਿੱਚ ਜਿਹੜਾ ਸਿੱਟ ਨੇ ਚਲਾਨ ਪੇਸ਼ ਕੀਤਾ ਹੈ, ਜਿਹਦੇ ਵਿੱਚ 6-7 ਡੇਰਾ ਪ੍ਰੇਮੀਆਂ ਨੂੰ ਨੋਮੀਨੇਟ ਕਰਕੇ ਉਹਨਾਂ ਦੇ ਖਿਲਾਫ ਚਲਾਨ ਪੇਸ਼ ਕੀਤਾ, ਜਿਹਦੇ ਵਿੱਚ ਉਹ ਸੁਖਜਿੰਦਰ ਸਿੰਘ ਸਨੀ, ਨਿਸ਼ਾਨ ਸਿੰਘ, ਪ੍ਰਦੀਪ, ਕੁਝ ਨਹੀਂ ਪ੍ਰਦੀਪ ਨੇ, ਉਹਦੇ ਵਿੱਚ ਕੁਝ ਹੋਰ ਅਕਿਊਜ਼ਡ ਹੈਗੇ ਨੇ, ਨੀਲਾ ਵਗੈਰਾ। ਤਾਂ ਉਹਦੇ ਵਿੱਚ ਡੇਰੇ ਦੀ ਜਿਹੜੀ ਸਟੇਟ ਨੈਸ਼ਨਲ ਲੈਵਲ ਦੀ ਕਮੇਟੀ ਹੈ, ਪ੍ਰਦੀਪ ਕਲੇਰ, ਹਰਸ਼ ਧੂਰੀ ਤੇ ਸੰਦੀਪ ਬਰੇਟਾ, ਉਹਨਾਂ ਨੂੰ ਬਤੌਰ ਅਕਿਊਜ਼ਡ ਨੋਮੀਨੇਟ ਕੀਤਾ ਤੇ ਗੁਰਮੀਤ ਰਾਮ ਰਹੀਮ ਸਿੰਘ ਨੂੰ ਵੀ ਨੋਮੀਨੇਟ ਕੀਤਾ, ਲੇਕਿਨ ਉਹਨਾਂ ਦੇ ਖਿਲਾਫ ਚਲਾਨ ਨਹੀਂ ਪੇਸ਼ ਕੀਤਾ ਤੇ ਕਿਹਾ ਗਿਆ ਵੀ ਫਰਦਰ ਚਲਾਨ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੇਸ਼ ਕੀਤਾ ਜਾਊਗਾ। ਪਿੱਛੇ ਜੇ ਕੁਝ ਡੇਰਾ ਪ੍ਰੇਮੀਆਂ ਨੇ ਪ੍ਰੈਸ ਕਾਨਫਰੰਸ ਕੀਤੀ ਸੀਗੀ ਵੀ ਉਹ ਉੱਥੇ ਅਵੇਲੇਬਲ ਨੇ, ਡੇਰਾ ਸਰਸਾ ਦੇ ਆਲੇ ਦੁਆਲੇ ਉਹ ਫੰਕਸ਼ਨਾਂ 'ਚ ਹਾਜ਼ਰ ਦੇਖੇ ਗਏ ਨੇ, ਫੋਟੋਆਂ ਵੀ ਉਹਨਾਂ ਨੇ ਰਿਲੀਜ਼ ਕੀਤੀਆਂ ਸੀ, ਪਰ ਪੰਜਾਬ ਪੁਲਿਸ ਵੱਲੋਂ ਕਿਹਾ ਜਾ ਰਿਹਾ ਸੀਗਾ ਵੀ ਉਹ ਬਾਹਰ ਚਲੇ ਗਏ, ਜਿਹੜੀ ਕਿ ਗਲਤ ਗੱਲ ਸਾਬਤ ਹੋ ਗਈ ਹੁਣ। ਤੇ ਇੱਕ ਤੇ ਇਹਦੇ ਵਿੱਚ ਚਾਹੀਦਾ ਵੀ ਸਰਕਾਰ ਨੂੰ ਉਦਮ ਕਰਕੇ ਉਹਨਾਂ ਨੈਸ਼ਨਲ ਕਮੇਟੀ ਦੇ ਬੰਦਿਆਂ ਨੂੰ ਫੜ ਕੇ ਪੁੱਛਗਿੱਛ ਕਰਨੀ ਚਾਹੀਦੀ ਹੈ, ਤਾਂ ਕਿ ਇਹਦੀ ਮੇਨ ਕੌਨਸਪੀਰੇਸੀ ਕੀ ਸੀ ਉਹ ਪਤਾ ਲੱਗੇ। ਦੂਜਾ ਅਹਿਮ ਗੱਲ ਇਹ ਹੈ ਵੀ ਇਹਦੇ ਵਿੱਚ ਰਾਮ ਰਹੀਮ ਨੂੰ ਨੋਮੀਨੇਟ ਤੇ ਕਰ ਲਿਆ ਕਿ ਉਹਦੇ ਖਿਲਾਫ ਚਲਾਨ ਨਹੀਂ ਪੇਸ਼ ਕੀਤਾ, ਨਾ ਹੀ ਉਹਦੀ ਅੱਜ ਤੱਕ ਪੁੱਛਗਿੱਛ ਹੋਈ ਹੈ, ਜਿਵੇਂ ਉਹਨਾਂ ਨੇ ਪਹਿਲਾਂ ਵੀ ਕਿਹਾ ਸੀਗਾ। ਤਾਂ ਇਹਦੇ ਵਿੱਚ ਜਿਹੜਾ ਹੈਗਾ ਇੱਕ ਕੜੀ ਹੈ, ਜਸਟਿਸ ਰਣਜੀਤ ਸਿੰਘ ਇਨਕੁਆਇਰੀ ਕਮਿਸ਼ਨ ਦੇ ਵਿੱਚ ਐਵੀਡੈਂਸ ਆਇਆ ਸੀ ਰਕੇਸ਼ ਦਿੜਬਾ ਜੋ ਬਾਬੇ ਦਾ PA ਹੈ ਵੀ ਉਹ ਲਗਾਤਾਰ ਜਿਹੜੇ ਬੇਅਦਬੀ ਕਰਨ ਵਾਲੇ ਅਲੈਜ ਕੀਤੇ ਜਾਂਦੇ ਨੇ ਉਹਨਾਂ ਨੂੰ ਲਗਾਤਾਰ ਦਿਸ਼ਾ ਨਿਰਦੇਸ਼ ਦੇ ਰਿਹਾ ਸੀ PA ਡੇਰਾ ਹੈੱਡ ਦਾ। ਤਾਂ ਉਹ ਡੇਰਾ ਹੈੱਡ ਦਾ ਜਿਹੜਾ ਰਕੇਸ਼ ਸਿੰਘ ਦਿੜਬਾ ਹੈ, ਜੋ ਐਵੀਡੈਂਸ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲੇ ਆਇਆ ਸੀਗਾ, ਉਹ ਐਵੀਡੈਂਸ ਕਿੱਥੇ ਗਿਆ, ਸਿੱਟ ਕੋਲੇ ਕਿਉਂ ਨਹੀਂ ਆਇਆ ਤੇ ਸਿੱਟ ਨੇ ਉਹਨੂੰ ਨੋਮੀਨੇਟ ਕਿਉਂ ਨਹੀਂ ਕੀਤਾ ਰਕੇਸ਼ ਦਿੜਬਾ ਨੂੰ। ਤੇ ਜੇਕਰ ਤੁਸੀਂ ਦੇਖੋ ਵਿੱਚੋਂ ਕੜੀ ਮਿਸਿੰਗ ਹੈ, ਲਿੰਕ ਐਵੀਡੈਂਸ ਕਹਿੰਦੇ ਨੇ ਸਾਡੀ ਲੈਂਗੁਏਜ ਦੇ ਵਿੱਚ। ਰਾਮ ਰਹੀਮ ਨੂੰ ਤੁਸੀਂ ਕਨਵਿਕਸ਼ਨ ਕਿਵੇਂ ਕਰਾ ਸਕਦੇ ਹੋ ਜਦੋਂ ਲਿੰਕ ਐਵੀਡੈਂਸ ਮਿਸਿੰਗ ਹੈ? ਰਾਮ ਰਹੀਮ ਤੋਂ ਉਹਦਾ PA ਇੰਸਟਰਕਸ਼ਨਾਂ ਲੈ ਰਿਹਾ ਤੇ ਉਹ ਅੱਗੇ ਸਪਲਾਈ ਕਰ ਰਿਹਾ ਨੈਸ਼ਨਲ ਕਮੇਟੀ ਤੇ ਐਗਜ਼ੀਕਿਊਟਰ ਨੂੰ, ਤੇ ਪਰ ਇੱਥੇ ਵਿੱਚੋਂ ਰਕੇਸ਼ ਦਿੜਬਾ ਗਾਇਬ ਹੈ। ਇਸ ਕਰਕੇ ਜਿਹੜਾ ਹੈਗਾ ਕਿ ਇਹ ਕੋਈ ਉਹਨੂੰ ਬੈਨੀਫਿਟ ਦੇਣ ਦੀ ਕੋਸ਼ਿਸ਼ ਹੈ ਰਾਮ ਰਹੀਮ ਨੂੰ। ਤੇ ਦੂਜਾ ਮੌੜ ਬੰਬ ਬਲਾਸਟ ਦੇ ਵਿੱਚ ਤੇ ਬੇਅਦਬੀ ਮਾਮਲੇ ਵਿੱਚ ਡੇਰੇ ਦਾ ਜਿਸ ਵੀ IO ਨੇ ਜਾ ਕੇ ਡੇਰੇ ਪਹੁੰਚ ਗਿਆ, ਇਨਵੈਸਟੀਗੇਸ਼ਨ 'ਚ ਐਸਟੈਬਲਿਸ਼ ਕਰਤਾ ਵੀ ਇਹ ਡੇਰੇ ਦਾ ਹੱਥ ਹੈ, ਉਹਨੂੰ ਹਾਈ ਕੋਰਟ ਵੱਲੋਂ ਜਿਹੜਾ ਹੈਗਾ ਰਿਮੂਵ ਕਰ ਦਿੱਤਾ ਗਿਆ, ਉਹਨੂੰ ਸਰਕਾਰ ਨੇ ਪ੍ਰੋਪਰਲੀ ਡਿਫੈਂਡ ਨਹੀਂ ਕੀਤਾ IO ਨੂੰ। ਤੁਸੀਂ ਦੇਖ ਲਓ ਵੀ ਰਣਵੀਰ ਖਟੜਾ DIG ਸੀਗੇ ਜਿਹੜੇ ਹੁਣ ਰਿਟਾਇਰ ਹੋ ਗਏ, ਉਹਨਾਂ ਨੇ ਮੌੜ ਬੰਬ ਬਲਾਸਟ ਦੇ ਵਿੱਚ ਐਸਟੈਬਲਿਸ਼ ਕਰਤਾ ਵੀ ਉਹ ਜਿਹੜੀ ਬੰਬ ਬਲਾਸਟ 'ਚ ਕਾਰ ਵਰਤੀ ਗਈ ਹੈ ਉਹ ਡੇਰੇ ਵਿੱਚ ਤਿਆਰ ਹੋਈ ਸੀ। ਉਸ ਤੋਂ ਬਾਅਦ ਹਾਈ ਕੋਰਟ ਤੋਂ ਵੱਲੋਂ ਉਹਨਾਂ ਨੂੰ ਰੀਪਲੇਸ ਕਰ ਦਿੱਤਾ ਗਿਆ, ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਉਹਨੂੰ ਡਿਫੈਂਡ ਨਹੀਂ ਕਰ ਪਾਏ। ਇਸ ਤੋਂ ਇਲਾਵਾ ਦੂਸਰਾ ਬੇਅਦਬੀ ਮਾਮਲੇ 'ਚ ਜਦੋਂ ਇਹ ਐਸਟੈਬਲਿਸ਼ ਹੋ ਗਿਆ ਵੀ ਇਹ 2007 ਤੋਂ ਡੇਰੇ ਨਾਲ ਜਿਹੜੀ ਸਿੱਖਾਂ ਦੀ ਰੰਜਿਸ਼ ਚੱਲ ਪਈ ਤੀ ਗੁਰੂ ਗੋਬਿੰਦ ਸਿੰਘ ਜੀ ਸਵਾਂਗ ਰਚਨ ਕਰਕੇ, ਉਸ ਤੋਂ ਬਾਅਦ ਅਕਾਲ ਤਖਤ ਵੱਲੋਂ ਹੁਕਮਨਾਮਾ ਜਾਰੀ ਹੋਇਆ ਡੇਰੇ ਦੇ ਪ੍ਰੇਮੀਆਂ ਨਾਲ ਸਾਂਝ ਤੋੜਨ ਬਾਰੇ। ਉਸ ਤੋਂ ਬਾਅਦ MSG ਦੀ ਜੋ ਫਿਲਮਾਂ ਰਿਲੀਜ਼ ਬਾਰੇ ਰੰਜਿਸ਼ ਪੈਦਾ ਹੋ ਗਈ ਮਨ 'ਚ। ਉਸ ਤੋਂ ਬਾਅਦ ਹਰਭਜਨ ਸਿੰਘ ਮਾਂਝੀ ਨੇ ਬੁਰਜ ਜਵਾਰ ਸਿੰਘ ਵਾਲਾ ਹੀ ਦੀਵਾਨ ਲਾਇਆ ਸੀਗਾ, ਇਹ ਇਨਵੈਸਟੀਗੇਸ਼ਨ 'ਚ ਆ ਰਿਹਾ ਤੇ ਉਹਦੇ ਵਿੱਚ ਉੱਥੇ ਪ੍ਰੇਮੀਆਂ ਨੇ ਉਹਦੇ ਪ੍ਰੇਰਨਾ ਲੈ ਕੇ ਉਹਦੇ ਦੀਵਾਨ ਤੋਂ ਲੋਕਟ ਉਤਾਰਤੇ, ਕਿਸੇ ਨੇ ਦਰੀਆਂ ਥੱਲੇ ਲੁਕੋਤੇ, ਕਿਸੇ ਨੇ ਸਟੇਜ ਤੇ ਲਾ ਕੇ ਰੱਖਤੇ।
ਇਸ ਗੱਲ ਦਾ ਇਨਫੋਰਮ ਕਰਿਆ ਜਦੋਂ ਉਹ ਡਿਸੀਜ਼ਡ ਮਹਿੰਦਰਪਾਲ ਬਿੱਟੂ ਹੈ, ਇਹ ਨੈਸ਼ਨਲ ਕਮੇਟੀ ਨਾਲ ਗੱਲ ਹੋਈ ਤਾਂ ਇਨਵੈਸਟੀਗੇਸ਼ਨ ਦੇ ਵਿੱਚ ਆ ਰਿਹਾ ਵੀ ਰਾਮ ਰਹੀਮ ਨੇ ਫਿਰ ਕਿਹਾ ਵੀ ਉਹ ਮੇਰੇ ਨਾਮ ਦੀ, ਮੇਰੇ ਲੋਕਟਾਂ ਦੀ ਬੇਇੱਜ਼ਤੀ ਕਰੀਏ, ਜਿੱਥੇ ਉੱਥੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਰੋਲਿਆ ਜਾਣਾ ਚਾਹੀਦਾ, ਕੁਛ ਇੱਦਾਂ ਦੀ ਉਹਦੇ ਵਿੱਚ ਵਰਡਿੰਗ ਜਿਹੜੀ ਚਲਾਨ ਦੇ ਵਿੱਚ ਆਉਂਦੀ ਹੈ। ਜਿਹੜਾ ਪੈਰੋਲ ਦਾ ਜ਼ਿਕਰ ਕਰ ਰਹੇ ਸੀ ਉਹ ਵੀ ਬਾਰ-ਬਾਰ ਆ ਰਿਹਾ ਕਿ ਕੋਸ਼ਿਸ਼ਾਂ ਲਗਾਤਾਰ ਚੱਲ ਰਹੀਆਂ ਨੇ। ਉਹ ਮੈਂ ਉਹੀ ਦੱਸਣਾ ਚਾਹੁੰਦਾ ਵੀ ਦੇਖੋ ਹੁਣ ਪ੍ਰੋਲ ਵਾਲੀ ਫੇਰ ਦੇਖੋ ਆ ਗਈ, ਦੇਖੋ ਟਾਈਮਿੰਗ ਦੇਖੋ, ਇਧਰੋਂ ਪਤਾ ਹੈ ਵੀ ਹੋ ਸਕਦਾ ਵੀ ਪੰਜਾਬ SIT ਜਿਹੜੀ ਲੈ ਕੇ ਆਵੇ ਉਹਨੂੰ ਰਾਮਰੀ ਨੂੰ, ਉਧਰੋਂ ਹੁਣ ਉਹਨੇ ਪ੍ਰੋਲ ਦੀ ਲਾਤੀ, ਤਾਂ ਹੁਣ ਇੱਥੋਂ ਸਾਫ਼ ਜ਼ਾਹਰ ਹੁੰਦਾ ਵੀ ਜਿਹੜੀ ਹੈਗੀ BJP ਤੇ ਜਾਂ ਉੱਥੋਂ ਦੀਆਂ ਜਿਹੜੀਆਂ ਸਰਕਾਰਾਂ ਉਹ ਨਾਲ ਮਿਲੀਆਂ ਹੋਈਆਂ, ਠੀਕ ਹੈ, ਉਹ ਹੁਣ ਪ੍ਰੋਲ ਦਿਵਾਉਣਾ ਚਾਹੁੰਦੀਆਂ ਵੀ ਉਹ ਹੁਣ ਦੇਖਦੀਆਂ ਵੀ ਕਿੰਨਾ ਕਰੋਲ, ਜਦੋਂ ਹੁਣ ਉਹਨੂੰ ਇੱਕ ਵਾਰੀ ਪ੍ਰੋਲ ਮਿਲ ਗਈ ਤਾਂ ਮੁੜ ਕੇ ਉੱਥੋਂ ਉਹਨੂੰ ਕਿਵੇਂ ਲਿਆਂਦਾ ਜਾਊਗਾ। ਦੇਖੋ ਉੱਥੋਂ ਉਹਨੇ ਉੱਥੋਂ ਬਾਹਰ ਬਹਿ ਕੇ ਕੁਛ ਵੀ ਸਾਜ਼ਿਸ਼ਾਂ ਰਚ ਸਕਦਾ, ਸਬੂਤ ਵੀ ਇੱਧਰ ਉੱਧਰ ਕਰ ਸਕਦਾ, ਸਾਰੀਆਂ ਚੀਜ਼ਾਂ ਕਰ ਸਕਦਾ, ਬੰਦਿਆਂ ਨੂੰ ਵੀ ਡਰਾ ਸਕਦਾ, ਧਮਕਾ ਸਕਦਾ, ਤੇ ਸਾਡੇ ਵਰਗਿਆਂ ਨੂੰ ਕੋਈ ਜਾਨਾਂ ਦਾ ਖਤਰਾ ਸਾਡੀਆਂ ਨੂੰ, ਕਿਉਂਕਿ ਉਹ ਕੁਛ ਹੀ ਕਰ ਸਕਦਾ ਬਾਹਰ ਜਾ ਕੇ, ਉਹ ਮੁੜ ਕੇ ਉਹਨੂੰ ਉੱਥੋਂ ਲਿਆਉਣਾ ਉਸ ਦਾਇਰੇ 'ਚੋਂ ਤਾਂ ਬਹੁਤ ਔਖੀ ਹੈ ਚੀਜ਼ ਹੈ। ਤੇ ਇਸ ਕਰਕੇ ਇਹ ਜੇ ਬੰਦੇ ਨੂੰ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਤੀ, ਸਭ ਤੋਂ ਜਿਹੜੀ ਮਾੜੀ ਗੱਲ ਉਹ ਬੰਦੇ ਨੇ ਕੀਤੀ ਹੈ, ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਤੇ ਸਾਡੀਆਂ ਲੱਖਾਂ ਕਰੋੜਾਂ ਸੰਗਤਾਂ ਦਾ ਜਿਹੜੀਆਂ ਭਾਵਨਾ ਜੁੜੀਆਂ ਹੋਈਆਂ ਸੀਗੀਆਂ ਉਹਨਾਂ ਨੂੰ ਠੇਸ ਪਹੁੰਚੀ ਹੈ, ਤੇ ਸਾਡੀਆਂ ਸਾਰੀ ਸਿੱਖ ਕੌਮ ਇਹ ਚਾਹੁੰਦੀ ਹੈ ਵੀ ਉਹਨੂੰ ਜਿਹੜੀ ਹੈਗੀ ਹੈ ਪਰੋਲ ਨਹੀਂ ਮਿਲਣੀ ਚਾਹੀਦੀ। ਅਸੀਂ ਇਹਦਾ ਵਿਰੋਧ ਕਰਦੇ ਹਾਂ, ਤੇ ਜੇ ਸਾਨੂੰ ਹੋਇਆ ਤਾਂ ਅਸੀਂ ਜਾ ਕੇ ਅੱਗੇ ਮਾਨਯੋਗ ਕੋਰਟ ਦਾ ਵੀ ਦਰਵਾਜ਼ਾ ਖੜਕਾਵਾਂਗੇ ਇਸ ਦੀ। ਸੋ ਕੁੱਲ ਮਿਲਾ ਕੇ ਇੱਕ ਵੈਬਸਾਈਟ ਤਿਆਰ ਕੀਤੀ ਗਈ ਹੈ, ਉਸ ਵੈਬਸਾਈਟ ਤੇ ਸਾਰੀ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਜਾਵੇਗੀ, ਤੇ ਨਾਲ ਦੀ ਨਾਲ ਸਿੱਧੇ ਤੌਰ ਤੇ ਕਹਿੰਦੇ ਨੇ ਕਿ ਨਵੀਂ SIT ਤੇ ਭਰੋਸਾ ਵੀ ਹੈਗਾ, ਪਰ ਨਾਲ ਦੀ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੈਰੋਲ ਜਿਹੜੀ ਹੈ ਡੇਰਾ ਮੁਖੀ ਨੂੰ ਨਹੀਂ ਦੇਣੀ ਚਾਹੀਦੀ। ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਪੰਜਾਬ ਦੀ ਸਰਕਾਰ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਡੇਰਾ ਮੁਖੀ ਨੂੰ ਲਿਆਂਦਾ ਜਾਵੇ, ਉਸ ਤੋਂ ਇਨਵੈਸਟੀਗੇਸ਼ਨ ਕੀਤੀ ਜਾਵੇ, ਉਸ ਤੋਂ ਪੁੱਛਿਆ ਜਾਵੇ ਵੀ ਇਹ ਸਾਰੀ ਘਟਨਾ ਨੂੰ ਅੰਜਾਮ ਕਿਉਂ ਤੇ ਕਿਵੇਂ ਦਿੱਤਾ ਗਿਆ। ਨਾਲ ਦੀ ਨਾਲ ਇੱਕ ਵੱਡੀ ਗੱਲ ਜਿਹੜੀ ਹੈ ਉਹ ਐਡਵੋਕੇਟ ਮਹਿੰਦਰਪਾਲ ਨੇ ਵੀ ਦੱਸੀ ਹੈ ਕਿ ਸਿੱਧੇ ਤੌਰ ਤੇ ਇਹ ਇਨਵੈਸਟੀਗੇਸ਼ਨ ਦੇ ਵਿੱਚ ਆਈਆਂ ਸੀ ਚੀਜ਼ਾਂ ਕਿ ਜਿੱਥੇ ਲੋਕਡਾਊਨ ਦੀ ਤੋਹੀਨ ਕੀਤੀ ਗਈ ਹੈ, ਉੱਥੇ ਹੀ ਰਾਮ ਰਹੀਮ ਵੱਲੋਂ ਕਿਹਾ ਗਿਆ ਸੀਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਵੀ ਬੇਅਦਬੀ ਕੀਤੀ ਜਾਵੇਗੀ। ਤਾਂ ਸਾਰਾ ਕੁਝ ਜਾਂਚ ਦਾ ਹਿੱਸਾ ਹੈਗਾ। ਤਾਂ ਇਸ ਕਾਰਵਾਈ ਤੋਂ ਬਾਅਦ, ਇਹਨਾਂ ਸਬੂਤਾਂ ਤੋਂ ਬਾਅਦ ਵੀ ਇਨਸਾਫ ਕਿਉਂ ਨਹੀਂ ਹਾਲੇ ਤੱਕ ਹੋ ਰਿਹਾ, ਕਾਰਵਾਈ ਕਿਉਂ ਨਹੀਂ ਸਖਤ ਹੋ ਰਹੀ, ਤਾਂ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਪੈਦਾ ਕਰਦਾ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੀ ਜਾਣਕਾਰੀ, ਆਪਣੇ ਸਵਾਲ, ਆਪਣੀਆਂ ਟਿੱਪਣੀਆਂ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਰਵਨੀਤ ਦੇ ਨਾਲ ਹਰਦੀਪ ਸਿੰਘ ਭੋਗਲ, ਸਪੋਕਸਮੈਨ TV, ਚੰਡੀਗੜ੍ਹ।